ਤੇ ਅੱਜ ਪੰਜਾਬ ਦੇ ਵਿੱਚ ਵੀ ਹਰ ਵਰਗ ਇਹ ਚਾਹੁੰਦਾ ਹੈ ਕਿ ਜਿਹੜੀ ਸਰਕਾਰ ਕੇਂਦਰ 'ਚ ਹੈ ਤੇ ਉਹੀ ਸਰਕਾਰ ਸੂਬੇ 'ਚ ਹੋਵੇ। ਇਸ ਕਰਕੇ ਲੋਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਨੇ। ਜਾਂ ਭਾਰਤੀ ਜਨਤਾ ਪਾਰਟੀ ਦੀ ਰੀਤੀ ਨੀਤੀ ਹੈ ਉਹ ਹਰ ਵਿਅਕਤੀ ਨੂੰ ਪਤਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਬਿਆਨ ਹੈ ਕਿ ਜਿਹੜੇ 80% ਕਿਸਾਨ ਹੈ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਪਾਰਟੀ ਨਾਲ ਜੁੜੇ ਹੋਏ ਨੇ। ਤੇ ਦੂਜੇ ਪਾਸੇ ਦੇਖੀਏ ਜਿਹੜਾ ਬੀਜੇਪੀ ਦਾ ਜਿਹੜਾ ਉਹ ਕਿਸਾਨ ਵਿਰੋਧ ਕਰ ਰਹੇ ਆ, ਉਸ ਨੂੰ ਕਿਵੇਂ ਰੋਕੋਗੇ ਫਿਰ ਤੁਸੀਂ? ਅਕਾਲੀ ਦਲ ਨੇ ਅੱਜ ਤੱਕ ਸਿਰਫ ਗਾਪੀ ਮਾਰੇ ਆ ਜੀ। ਇੱਕ ਸਵਾਲ ਇਹ ਵੀ ਹੈਗਾ ਪਾਰਟੀ ਤੇ ਉੱਠ ਰਿਹਾ ਸੀ ਕਿ ਵਿੱਚੋਂ ਹੀ ਜਿਹੜੇ ਵਰਕਰ ਆ ਉਹਨਾਂ ਨੇ ਸਵਾਲ ਉਠਾਇਆ ਸੀ ਕਿ ਜਿਹੜੇ ਥੋੜੇ ਦਿਨ ਤੋਂ ਪਾਰਟੀ ਜਿਨ੍ਹਾਂ ਨੇ ਥੋੜੇ ਦਿਨ ਤੋਂ ਜੁਆਇਨ ਕੀਤੀ ਆ ਉਹਨਾਂ ਨੂੰ ਹੀ ਜਿਹੜੇ ਉਮੀਦਵਾਰ ਐਲਾਨੇ ਗਏ ਜੋ ਕਿ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ, ਉਹਨਾਂ ਨੂੰ ਅਣਦੇਖਿਆ ਕੀਤਾ ਗਿਆ। ਨਹੀਂ, ਇਹ ਤਾਂ ਨਹੀਂ ਗੱਲ। ਜਿਵੇਂ ਹੁਣ ਮੈਂ ਵੀ ਇੱਥੋਂ ਟਿਕਟ ਮੰਗ ਰਿਹਾ ਸੀ ਪਰ ਦਿੱਤੀ ਸੋਢੀ ਸਾਹਿਬ ਨੂੰ ਹੈ। ਪਹਿਲਾਂ ਬੜਾ ਲੰਮਾ ਸਮਾਂ ਅਕਾਲੀ ਦਲ ਤੇ ਬੀਜੇਪੀ ਦਾ ਗਠਬੰਧਨ ਰਿਹਾ ਹੈ, ਟੁੱਟਣ ਦਾ ਅਫਸੋਸ ਵੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਉਡਾਨ ਨਿਊਜ਼ 24 ਤੇ ਮੈਂ ਵੀਰਪਾਲ। ਪੰਜਾਬ ਦਾ ਸਿਆਸੀ ਮਾਹੌਲ ਜਿਹੜਾ ਇਸ ਸਮੇਂ ਪੂਰੀ ਤਰ੍ਹਾਂ ਪੱਕ ਚੁੱਕਿਆ। 2022 ਦੀਆਂ ਚੋਣਾਂ ਨੂੰ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਹੈ ਜਿਹੜੇ ਐਲਾਨ ਦਿੱਤੇ ਗਏ ਨੇ। ਉੱਥੇ ਹੀ ਹਲਕਾ ਮੌੜ ਦੀ ਗੱਲ ਕਰ ਲਈਏ, ਜਿੱਥੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ, ਉੱਥੇ ਬੀਜੇਪੀ ਵੱਲੋਂ ਦਿਆਲ ਸਿੰਘ ਸੋਢੀ ਜੀ ਨੂੰ ਜਿਹੜਾ ਹਲਕਾ ਮੌੜ ਦੇ ਵਿੱਚੋਂ ਉਮੀਦਵਾਰ ਐਲਾਨਿਆ ਗਿਆ। ਇਹਨਾਂ ਦੇ ਅੱਜ ਮੌੜ ਦੇ ਵਿੱਚ ਦਫ਼ਤਰ ਦਾ ਉਦਘਾਟਨ ਹੋਇਆ, ਜਿੱਥੇ ਕਿ ਮੁੱਖ ਮਹਿਮਾਨ ਦੇ ਤੌਰ ਤੇ ਜਗਦੀਪ ਸਿੰਘ ਕਈ ਜੀ ਪਹੁੰਚੇ ਨੇ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਬੀਜੇਪੀ ਨੂੰ ਕਿੰਨਾ ਹੁੰਗਾਰਾ ਜਿਹੜਾ ਹਲਕਾ ਮੌੜ ਦੇ ਵਿੱਚੋਂ ਮਿਲ ਰਿਹਾ। ਸਤਿ ਸ਼੍ਰੀ ਅਕਾਲ ਸਰ ਜੀ। ਸਭ ਤੋਂ ਪਹਿਲਾ ਸਵਾਲ ਮੇਰਾ, ਅੱਜ ਉਦਘਾਟਨ ਹੋਇਆ, ਤੁਸੀਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹੋ, ਕਿਵੇਂ ਲੱਗਾ? ਅੱਜ ਦੂਸਰਾ ਦਿਨ ਹੈ। ਕੱਲ੍ਹ ਅਸੀਂ ਪ੍ਰਮਾਤਮਾ ਦਾ ਵੱਲੋਂ ਉਹਦਾ ਸ਼ੁਕਰੀਆ ਕੀਤਾ, ਉਹਦਾ ਓਟ ਆਸਰਾ ਲੈਂਦੇ ਹੋਏ ਪਹਿਲਾਂ ਮਾਈਸਰਖਾਨੇ ਮੱਥਾ ਟੇਕਿਆ, ਮੰਦਿਰ 'ਚ ਫਿਰ ਤਿੱਤਰ ਸਾਹਿਬ ਗੁਰਦੁਆਰੇ ਗਏ, ਅਰਦਾਸ ਕਰਾਈ ਤੇ ਉਹਦਾ ਓਟ ਆਸਰਾ ਲੈਂਦੇ ਹੋਏ ਅਸੀਂ ਸ਼ਹਿਰ 'ਚ ਆਏ ਤੇ ਅੱਜ ਦਫ਼ਤਰ ਦਾ ਉਦਘਾਟਨ ਕੀਤਾ ਤੇ ਬਹੁਤ ਹੀ ਵਧੀਆ ਲੋਕਾਂ ਦਾ ਜਿਹੜਾ ਹੁੰਗਾਰਾ ਹੈ ਉਹ ਸਾਨੂੰ ਵੇਖਣ ਨੂੰ ਮਿਲਿਆ। ਤੇ ਮੈਂ ਆਸ ਕਰਦਾ ਕਿ ਆਉਂਦੇ ਸਮੇਂ 'ਚ ਅਸੀਂ ਬੜੀ ਵਧੀਆ ਥਾਂ 'ਤੇ ਅਸੀਂ ਪਹੁੰਚਾਂਗੇ ਤੇ ਇਹ ਜਿਹੜੀ ਸੀਟ ਹੈ ਅਸੀਂ ਇਹ ਜਿੱਤ ਕੇ ਮੋਦੀ ਸਾਹਿਬ ਦੀ ਝੋਲੀ 'ਚ ਪਾਵਾਂਗੇ। ਕਿਉਂਕਿ ਹਲਕਾ ਅਸੀਂ ਥੋੜ੍ਹਾ ਜਿਹਾ ਲੇਟ ਚੱਲੇ ਹਾਂ, ਪਰ ਮੈਂ ਇਹ ਵੇਖਿਆ ਵੀ ਜਿੰਨੇ ਵੀ ਬੀਜੇਪੀ ਦੇ ਵਰਕਰ ਨੇ ਡੈਡੀਕੇਟਡ ਤੇ ਹਾਰਡ ਵਰਕਰ ਨੇ, ਜਿਹੜੀਆਂ ਕਿ ਦੂਜੀਆਂ ਪਾਰਟੀ 'ਚ ਹੈ ਨਹੀਂਗੇ। ਇਸ ਪਾਰਟੀ ਨੂੰ ਸਮਰਪਿਤ ਵਰਕਰ ਨੇ ਜਿਹੜਾ ਕਿ ਦਿਨ ਰਾਤ ਉਹ ਇੱਕ ਕਰ ਦਿੰਦੇ ਨੇ। ਸੋ ਮੈਨੂੰ ਆਸ ਹੈ ਕਿ ਬੜੇ ਵਧੀਆ ਤਰੀਕੇ ਨਾਲ ਅਸੀਂ ਇਹ ਚੋਣ ਮੁਹਿੰਮ ਚਲਾ ਕੇ ਤੇ ਇਹ ਜਿਹੜੀ ਸੀਟ ਹੈ ਅਸੀਂ ਇਹ ਬੀਜੇਪੀ ਦੀ ਝੋਲੀ ਪਾਵਾਂਗੇ। ਜੀ ਸਰ, ਜਿਵੇਂ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੰਗਠਨ ਸੀ, ਹੁਣ ਸੰਗਠਨ ਟੁੱਟਣ ਤੋਂ ਬਾਅਦ ਦਿਹਾਤੀ ਤੌਰ ਤੇ ਜਿਹੜਾ ਬੀਜੇਪੀ ਦੇ ਵੱਲੋਂ ਪਹਿਲੀ ਵਾਰ ਜਿਹੜੇ ਉਮੀਦਵਾਰ ਐਲਾਨੇ ਜਾ ਰਹੇ ਨੇ, ਉਸ ਨੂੰ ਕਿਵੇਂ ਦੇਖਦੇ? ਵੇਖੋ, ਇਹ ਗੱਲ ਤੁਹਾਡੀ ਠੀਕ ਹੈ ਕਿ ਪਹਿਲਾਂ ਬੜਾ ਲੰਮਾ ਸਮਾਂ ਅਕਾਲੀ ਦਲ ਤੇ ਬੀਜੇਪੀ ਦਾ ਗਠਬੰਧਨ ਰਿਹਾ ਹੈ, ਟੁੱਟਣ ਦਾ ਅਫਸੋਸ ਵੀ ਹੈ। ਟੁੱਟਣ ਦਾ ਅਫਸੋਸ ਵੀ ਹੈ ਜੇ ਮੈਂ ਗੱਲ ਕਰ ਲਾਂ ਕਿ ਅਕਾਲੀ ਦਲ ਵੀ ਕੱਲ੍ਹ ਨੂੰ ਪਤਾ ਨਹੀਂ ਕੀ ਹੋਣਾ ਕੀ ਨਹੀਂ, ਪਰ ਵੱਡੇ ਬਾਦਲ ਸਾਹਿਬ ਸਿਰਫ ਬੀਜੇਪੀ ਵੱਲ ਉਹਨਾਂ ਦਾ ਝੁਕਾਅ ਰਹਿੰਦਾ ਤੇ ਹਮਖਿਆਲੀ ਪਾਰਟੀਆਂ ਸੀ। ਪਰ ਜੋ ਵੀ ਕਾਰਨ ਬਣੇ ਜਾਂ ਨਵੇਂ ਬੰਦੇ ਆ ਜਾਂਦੇ ਨੇ, ਉਹਨਾਂ ਦੀਆਂ ਨਵੀਆਂ ਅਲੱਗ-ਅਲੱਗ ਸੋਚਾਂ ਹੁੰਦੀਆਂ ਤੇ ਕੁਝ ਕਾਰਨ ਬਣ ਜਾਂਦੇ ਨੇ ਜਿਨ੍ਹਾਂ ਨਾਲ ਕਿ ਪਾਰਟੀਆਂ ਅਲੱਗ-ਅਲੱਗ ਹੋ ਜਾਂਦੀਆਂ ਤੇ ਬੀਜੇਪੀ ਦਾ ਹੁਣ ਰੁਝਾਨ, ਉਹਨਾਂ ਦੀ ਨਿਗਾਹ ਪੰਜਾਬ 'ਤੇ ਹੈ ਤੇ ਉਹਨਾਂ ਨੇ ਸੈਂਟਰ 'ਚੋਂ ਵੀ ਬੰਦੇ ਇੱਥੇ ਸਾਰੇ ਭੇਜੇ ਹੋਏ ਨੇ। ਜਿਵੇਂ ਕਿ ਮੇਰੇ ਨਾਲ ਬੈਠੇ ਨੇ ਸਾਡੇ MLA ਸਾਹਿਬ, 2 ਵਾਰ ਰਹੇ ਨੇ ਬੀਕਾਨੇਰ ਤੋਂ ਚੇਚਾ ਤੌਰ 'ਤੇ, ਇਹਨਾਂ ਦੀ 3 ਹਲਕਿਆਂ 'ਤੇ ਡਿਊਟੀ ਲੱਗੀ ਹੋਈ ਹੈ, ਤਲਵੰਡੀ ਸਾਬੋ, ਮੌੜ ਤੇ ਰਾਮਪੁਰਾ ਫੂਲ। ਹੋਰ ਵੀ ਇਹਨਾਂ ਦੇ ਪ੍ਰਭਾਰੀ ਇੱਥੇ ਆਏ ਹੋਏ ਨੇ ਜਿਹੜਾ ਕਿ ਆਪਦੇ ਆਪ ਉਹ ਸਰਵੇਖਣ ਕਰ ਰਹੇ ਹੈ ਵੀ ਅਸੀਂ ਕਿਵੇਂ ਉੱਠ ਸਕਦੇ ਹਾਂ ਤੇ ਕਿਵੇਂ ਅਸੀਂ ਪੰਜਾਬ 'ਚ ਤਕੜੇ ਹੋ ਸਕਦੇ ਹਾਂ, ਵੀ ਕਿੱਥੇ ਅਸੀਂ
ਸਾਨੂੰ ਮਾਰ ਪਈ ਹੈ, ਕਿਉਂਕਿ ਪਹਿਲਾਂ ਜਿਹੜਾ ਗਠਬੰਧਨ ਹੁੰਦਾ ਸੀ ਉਹ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਹੁੰਦਾ ਸੀ। ਬੀਜੇਪੀ ਤਕਰੀਬਨ 30 ਸੀਟਾਂ ਲੈ ਕੇ ਜਾਂਦੀ ਸੀ ਤੇ ਤਕਰੀਬਨ 87 88 90 ਸੀਟਾਂ ਅਕਾਲੀ ਦਲ ਲੈ ਕੇ ਜਾਂਦਾ ਸੀ ਤੇ ਇਸ ਏਰੀਏ 'ਚ ਅਕਾਲੀ ਦਲ ਹੁੰਦਾ ਸੀ। ਪਰ ਫਿਰ ਵੀ ਮੈਂ ਇਹ ਵੇਖਿਆ ਕਿ ਜਿਵੇਂ ਪਿਛਲਾ 1 ਸਾਲ ਜਿਹੜਾ ਕਿ ਮਾੜਾ ਸਮਾਂ ਰਿਹਾ ਹੈ ਬੀਜੇਪੀ ਦਾ, ਕਿ ਕਿਉਂਕਿ ਕਿਸਾਨੀ ਸੰਘਰਸ਼ ਚੱਲਦਾ ਰਿਹਾ, ਉਹਦੇ 'ਚ ਵੀ ਜਿੰਨੇ ਵੀ ਬੰਦੇ ਇੱਥੇ ਬੈਠੇ ਆ ਉਹ ਚਟਾਨ ਵਾਂਗ ਬੀਜੇਪੀ ਨਾਲ ਖੜੇ ਰਹੇ ਆ। ਜਿਹੜਾ ਕਿ ਮੈਂ ਕਹਿਣਾ ਵੀ ਸੀਸ ਨਿਮਦਾ ਉਹਨਾਂ ਅੱਗੇ, ਜਿਹੜਾ ਕਿ ਇੰਨਾ ਜੱਦੋ-ਜਹਿਦ ਹੋਣ ਦੇ ਬਾਵਜੂਦ ਵੀ ਉਹ ਖੜੇ ਰਹੇ ਆ ਕਿ ਕਿਉਂਕਿ ਨਹੀਂ ਬਹੁਤ ਸਾਰੇ ਬੰਦੇ ਸੀ ਜਿਹੜੇ ਕਿ ਹੱਲ ਗਏ ਸੀ, ਜਿਵੇਂ ਸਾਡੇ ਫਰਮਾਹੀ ਤੋਂ ਮਾਨਸਾ ਤੋਂ ਸੁਖਦੇਵ ਫਰਮਾਹੀ ਜਿਹੜੇ ਕਿ ਪ੍ਰਧਾਨ ਸੀ, ਉਹ ਤੇ ਉਹਨਾਂ ਦੀ ਟੀਮ ਹਿੱਲ ਗਈ ਸੀ। ਹਲਕਾ ਮੈਂ ਇਹ ਵੇਖਦਾ ਹੁੰਦਾ ਵੀ ਜਦੋਂ ਵੀ ਕੋਈ ਲੀਡਰ ਆਉਂਦੇ ਪਹਿਲ ਦੇ ਆਧਾਰ ਤੇ ਉਹ ਮਿਲਦੇ, ਪਰ ਉਹ ਹੱਲ ਗਏ ਸੀ। ਪਰ ਅੱਜ ਦੁਬਾਰਾ ਫੇਰ ਉਹ ਚਿੰਤਤ ਨੇ। ਤੁਸੀਂ ਇਹ ਵੇਖੋ, ਸਾਡਾ ਜੋੜੀਦਾਰ ਹੀ ਸੀ ਸੁਖਪਾਲ ਸਿੰਘ ਨੰਨੂ, ਜਿਹੜਾ ਪਹਿਲਾਂ ਬੀਜੇਪੀ ਛੱਡ ਗਿਆ ਸੀ, ਦੁਬਾਰਾ ਫੇਰ ਉਹ ਬੀਜੇਪੀ 'ਚ ਆ ਗਿਆ। ਅੱਜ ਮੈਂ ਹੁਣੇ ਖਬਰ ਪੜ੍ਹ ਰਿਹਾ ਸੀ ਜਿਹੜੀ ਕਿ MLA ਸਾਹਿਬ ਨੇ ਗੱਲ ਕਹੀ ਹੈ ਵੀ ਜਿੰਨੇ ਵੀ ਕੈਂਡੀਡੇਟ ਕੈਪਟਨ ਸਾਹਿਬ ਨੇ ਐਲਾਨੇ ਨੇ, ਉਹਨਾਂ 'ਚੋਂ 13-14 ਕੈਂਡੀਡੇਟ ਇਹ ਕਹਿ ਰਹੇ ਆ ਕਿ ਸਾਨੂੰ ਕਮਲ ਦਾ ਫੁੱਲ ਦਿੱਤਾ ਜਾਵੇ, ਮੈਂ ਖੁਦ ਪਰਸੋਂ ਸ਼ਿਕਾਵਤ ਸਾਹਿਬ ਨਾਲ ਤਾਂ ਨਹੀਂ ਗੱਲ ਹੋਈ, ਉਹਨਾਂ ਦੇ OSD ਸੀਗੇ ਮਗਰਿੰਦਰ ਜੀ, ਉਹਨਾਂ ਨਾਲ ਗੱਲ ਕੀਤੀ ਕਿ ਮੈਂ ਕਿਹਾ ਜੀ ਸਾਡਾ ਬਾਬਾ ਬਕਾਲੇ ਤੋਂ ਕੈਂਡੀਡੇਟ ਹੈ ਮਨਜੀਤ ਸਿੰਘ ਮੰਨਾ, ਜਿਹੜਾ ਕਿ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ MLA ਰਹੇ ਨੇ, ਵੀ ਉਹ ਜੁਆਇਨ ਕਰਨਾ ਚਾਹੁੰਦੇ ਆ। ਮੇਰੀ ਖੁਦ ਮੰਨੇ ਨਾਲ ਗੱਲ ਹੋਈ। ਮੈਂ ਪੁੱਛਿਆ, ਮੈਂ ਕਿਹਾ ਮੰਨੇ ਪਹਿਲਾਂ ਮੈਨੂੰ ਐਂ ਦੱਸ ਵੀ ਤੇਰਾ ਹਲਕਾ ਕਿਵੇਂ ਹੈ ਕਿਵੇਂ ਨਹੀਂ, ਤੂੰ ਕਿਹੜੇ ਸਿੰਬਲ 'ਤੇ ਲੜਨਾ ਚਾਹੇਗਾ, ਵੀ ਚਾਹੇ ਕੈਪਟਨ ਸਾਹਿਬ ਦੇ ਸਿੰਬਲ 'ਤੇ ਚਾਹੇ ਢੀਂਡਸਾ ਸਾਹਿਬ ਦੇ ਸਿੰਬਲ 'ਤੇ, ਕਿਹੜੇ ਸਿੰਬਲ 'ਤੇ ਲੜਨਾ ਚਾਹੇਗਾ। ਘੰਟੇ ਬਾਅਦ ਉਹਦਾ ਫੇਰ ਫੋਨ ਆ ਗਿਆ, ਕਹਿੰਦਾ ਜੀ ਮੈਂ ਤਾਂ ਕਮਲ ਦੇ ਫੁੱਲ 'ਤੇ ਲੜ ਰਿਹਾ, ਕਹਿੰਦਾ ਚੰਡੀਗੜ੍ਹ ਆ ਜਾਓ। ਮੈਂ ਕਿਹਾ ਯਾਰ ਇੰਨੀ ਜਲਦੀ ਤਾਂ ਹੁਣ ਮੈਂ ਚੰਡੀਗੜ੍ਹ ਆ ਨਹੀਂ ਸਕਦਾ। ਕਹਿੰਦੇ ਮੈਂ ਤੇ ਮੱਕੜ ਸਾਹਿਬ ਚੱਲੇ ਆ ਤੇ ਉਹ ਬਾਬਾ ਬਕਾਲੇ ਤੋਂ ਇਲੈਕਸ਼ਨ ਲੜ ਰਿਹਾ। ਸੋ ਤੁਸੀਂ ਆਪ ਵੇਖ ਲਓ ਕਿ ਰੁਝਾਨ ਕਿਸ ਤਰ੍ਹਾਂ ਦਾ। ਹਲਕਾ ਬਿਲਕੁਲ ਪੇਂਡੂ ਏਰੀਆ ਜਿਹੜਾ ਕਿ ਗੜ੍ਹ ਮੰਨਿਆ ਗਿਆ ਅਕਾਲੀ ਦਲ ਦਾ, ਉੱਥੋਂ ਉਹ ਮਨਜੀਤ ਸਿੰਘ ਮੰਨਾ ਇਲੈਕਸ਼ਨ ਲੜਦੇ। ਜਿਵੇਂ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਦਾ ਬਿਆਨ ਹੈ ਕਿ ਜਿਹੜੇ 80% ਕਿਸਾਨ ਹੈ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਪਾਰਟੀ ਨਾਲ ਜੁੜੇ ਹੋਏ ਨੇ, ਤੇ ਦੂਜੇ ਪਾਸੇ ਦੇਖੀਏ ਜਿਹੜਾ BJP ਦਾ ਜਿਹੜਾ ਉਹ ਕਿਸਾਨ ਵਿਰੋਧ ਕਰ ਰਹੇ ਆ, ਉਸ ਨੂੰ ਕਿਵੇਂ ਰੋਕੋਗੇ ਫਿਰ ਤੁਸੀਂ? ਅਕਾਲੀ ਦਲ ਨੇ ਅੱਜ ਤੱਕ ਸਿਰਫ ਗਾਪੀ ਮਾਰੇ ਆ, ਹੋਰ ਕੋਈ ਗੱਲ ਨਹੀਂ ਕੀਤੀ। ਬੜੀਆਂ ਗੱਲਾਂ ਕਰਦੇ ਆ ਕਿ ਵੀ ਨਹਿਰਾਂ ਬਣਾਤੀਆਂ ਜੀ, ਸੜਕਾਂ ਬਣਾਤੀਆਂ, ਇਹ ਤਾਂ ਪੁੱਛੋ ਵੀ ਉਹ ਪੈਸੇ ਕਿੱਥੋਂ ਆਏ। ਜ਼ਿਆਦਾ ਸੜਕਾਂ ਦਾ ਨਿਰਮਾਣ ਹੋਇਆ। ਖੁਦ ਮੈਂ ਉਦੋਂ ਦਿੱਲੀ ਸੀ ਜਦ ਕਿ ਗਡਕਰੀ ਸਾਹਿਬ ਨੇ ਐਲਾਨ ਕੀਤਾ, ਤੇ ਇਸ ਗੱਲ 'ਤੇ ਕਈ ਸੀਨੀਅਰ ਲੀਡਰ ਵੀ ਚਿੰਤਤ ਨੇ, ਜਿਨ੍ਹਾਂ ਦਾ ਕਿੰਨਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਨੂੰ ਤਾਂ ਸਿਆਸਤ ਛੱਡ ਦੇਣੀ ਚਾਹੀਦੀ ਹੈ ਹੁਣ, ਵੀ ਕਾਂਗਰਸ ਨਾਲ ਨਹੀਂ ਅਸੀਂ ਲੱਗ ਨਹੀਂ ਸਕਦੇ ਤੇ BJP ਨਾਲ ਗਠਬੰਧਨ ਟੁੱਟ ਗਿਆ, ਤੇ ਵੀ ਹੁਣ ਜੇ ਫੰਡ ਲੈ ਕੇ ਆਵਾਂਗੇ ਤਾਂ ਅਸੀਂ ਕਿੱਥੋਂ ਲੈ ਕੇ ਆਵਾਂਗੇ। ਜਿਵੇਂ ਕਿ ਹੁਣ ਦੇਖੀਏ ਆਪਾਂ ਪਾਰਟੀ ਦਾ ਜਿਹੜਾ ਹੈਗਾ BJP ਦਾ ਜਿਹੜਾ ਮੁਕਾਬਲਾ ਕਿਸ ਨਾਲ ਦੇਖਦੇ ਹੋ ਤੁਸੀਂ ਇਸ ਚੋਣਾਂ? BJP ਦਾ ਮੇਨ ਮੁਕਾਬਲਾ ਦੇਖੋ ਹਾਲੇ ਇਹੀ ਹੈ ਕਿ ਇੱਥੇ ਮੁੱਖ 3 ਪਾਰਟੀਆਂ ਲੜ ਰਹੀਆਂ, ਦੂਸਰੀਆਂ ਚੌਥੀ BJP ਹੈ, ਇੱਕ ਕਾਂਗਰਸ ਪਾਰਟੀ ਹੈ, ਅਕਾਲੀ ਦਲ ਹੈ, ਆਪ ਹੈ, ਤੇ ਇਹਨਾਂ ਨਾਲ ਹੀ ਮੁਕਾਬਲਾ ਮੈਂ ਸਮਝਦਾ। ਕੀ ਲੱਗਦਾ ਹੈ ਕਿ ਤੁਹਾਨੂੰ ਜਿਹੜੀ ਹੁਣ BJP ਹੈ, ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਜਿੱਤ ਸਕੂਗੀ ਹੁਣ? ਲੋਕਾਂ ਦੇ ਜਦੋਂ ਲੋਕਾਂ ਜਾਵਾਂਗੇ, ਲੋਕਾਂ 'ਚ ਪ੍ਰਚਾਰ ਕਰਾਂਗੇ, ਜਿਵੇਂ ਕਿ ਮੈਂ ਪਹਿਲਾਂ ਇੱਥੇ ਬੋਲਦਿਆਂ ਗੱਲ ਕਹੀ ਹੈ ਕਿ ਆਏ 3 ਮਹੀਨੇ ਤੀਜੇ ਮਹੀਨੇ ਜ਼ਿਮੀਂਦਾਰਾਂ ਕੋਲੇ 2-2 ਹਜ਼ਾਰ ਰੁਪਇਆ ਆ ਜਾਂਦਾ। ਫਿਰ ਉਜਾਲਾ ਸਕੀਮ 'ਚ ਕਿੰਨੇ ਸਿਲੰਡਰ ਮੋਦੀ ਸਾਹਿਬ ਨੇ ਦਿੱਤੇ ਆ। ਫਿਰ ਜਿੰਨੇ ਪਿੰਡਾਂ 'ਚ ਟੋਇਲਟ ਬਣੇ ਨੇ ਸਵੱਛ ਭਾਰਤ ਦੇ ਥਰੂ, ਉਹ ਸਾਰੇ ਸੈਂਟਰ 'ਚੋਂ ਪੈਸਾ ਆਇਆ, ਜਿਹੜਾ ਕਿ ਪੰਜਾਬ ਦੇ ਕਈ ਲੋਕਾਂ ਨੂੰ ਸਾਡੇ ਇੱਥੇ ਜਾਗਰਤਾ ਨਹੀਂ ਹੈ, ਜਿਹੜਾ ਕਿ ਸਾਨੂੰ ਦੱਸਣਾ ਪੈਣਾ।
ਜੀ ਇੱਕ ਸਵਾਲ ਇਹ ਵੀ ਹੈਗਾ ਪਾਰਟੀ ਤੇ ਉੱਠ ਰਿਹਾ ਸੀ ਕਿ ਵਿੱਚੋਂ ਹੀ ਜਿਹੜੇ ਵਰਕਰ ਆ ਉਹਨਾਂ ਨੇ ਸਵਾਲ ਉਠਾਇਆ ਸੀ ਕਿ ਜਿਹੜੇ ਥੋੜੇ ਦਿਨ ਤੋਂ ਪਾਰਟੀ ਜਿਨ੍ਹਾਂ ਨੇ ਥੋੜੇ ਦਿਨ ਤੋਂ ਜੁਆਇਨ ਕੀਤੀ ਆ ਉਹਨਾਂ ਨੂੰ ਹੀ ਜਿਹੜੇ ਉਮੀਦਵਾਰ ਐਲਾਨੇ ਗਏ ਜੋ ਕਿ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ ਉਹਨਾਂ ਨੂੰ ਅਣਦੇਖਿਆ ਕੀਤਾ ਗਿਆ। ਨਹੀਂ, ਇਹ ਤਾਂ ਨਹੀਂ ਗੱਲ। ਜਿਵੇਂ ਹੁਣ ਮੈਂ ਵੀ ਇੱਥੋਂ ਟਿਕਟ ਮੰਗ ਰਿਹਾ ਸੀ ਪਰ ਦਿੱਤੀ ਸੋਢੀ ਸਾਹਿਬ ਨੂੰ ਹੈ। ਸੋਢੀ ਸਾਹਿਬ ਨੂੰ ਟਿਕਟ ਦਿੱਤੀ ਹੈ। ਸੋਢੀ ਸਾਹਿਬ 94 ਦੇ ਲੱਗੇ ਵੇ ਨੇ, 94 ਦੇ ਲੱਗੇ ਵੇ ਨੇ। ਆ ਮੀਟਿੰਗ 'ਚ ਵੀ ਮੈਂ ਇਹੀ ਗੱਲ ਕਹੀ ਹੈ ਕਿ ਪਹਿਲਾਂ ਬੀਜੇਪੀ ਦੇ ਵਰਕਰ, ਬਾਅਦ 'ਚ ਦੂਜੇ ਬੰਦੇ, ਬਾਅਦ ਵਿੱਚ ਦੂਜੇ ਬੰਦੇ। ਪਹਿਲਾਂ ਜਿਹੜੇ ਉਹ ਵਰਕਰ ਜਿਹੜੇ ਕਿ ਬੀਜੇਪੀ ਨਾਲ ਖੜੇ ਰਹੇ ਨੇ, ਬਾਅਦ 'ਚ ਦੂਜੇ ਬੰਦੇ। ਇਹ ਤਾਂ ਹਲਕਾ ਟੂ ਹਲਕਾ ਡਿਪੈਂਡ ਕਰਦਾ ਵੀ ਕਿਵੇਂ ਹੈ ਕਿਵੇਂ ਨਹੀਂ। ਇਹ ਹਾਈ ਕਮਾਂਡ ਨੇ ਖੁਦ ਦੇਖਣਾ ਜੋ ਵੀ ਹੋਇਆ। ਸੋ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਉਡਾਨ ਨਿਊਜ਼ ਦੇ ਜਿੰਨੇ ਵੀ ਸਰੋਤੇ ਹੈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਤੁਸੀਂ ਮੈਨੂੰ ਅੱਜ ਇੱਥੇ ਆਪਣੇ ਚੈਨਲ ਦੇ ਉੱਪਰ ਸੱਦ ਕੇ ਇੰਟਰਵਿਊ ਦਾ ਮੌਕਾ ਦਿੱਤਾ ਹੈ ਤੇ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਸਤਿ ਸ਼੍ਰੀ ਅਕਾਲ ਵੀ ਬੁਲਾਉਣਾ ਜੀ। ਸਰ ਸਭ ਤੋਂ ਪਹਿਲਾ ਸਵਾਲ ਮੇਰਾ ਜਿਹੜਾ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨਣ ਦੇ ਵਿੱਚ ਇੰਨੀ ਦੇਰੀ ਕਿਉਂ ਹੋਈ? ਦੇਖੋ, ਇਸ ਤਰ੍ਹਾਂ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਸਿਸਟਮ ਹੈ ਕਿ ਪਹਿਲਾਂ ਜਿਹੜੀ ਹੈਗੀ ਹੈ ਉਹ ਲਿਸਟਾਂ ਪ੍ਰਦੇਸ਼ ਵੱਲੋਂ ਤਿਆਰ ਕੀਤੀਆਂ ਜਾਂਦੀਆਂ, ਜ਼ਿਲ੍ਹਿਆਂ ਦੇ ਵਿੱਚੋਂ ਪੈਨਲ ਜਾਂਦੇ ਨੇ, ਉਹਨਾਂ 'ਤੇ ਪੂਰੀ ਚਰਚਾ ਹੁੰਦੀ ਹੈ ਔਰ ਉਸ ਤੋਂ ਬਾਅਦ ਸਾਡੀ ਜਿਹੜੀ ਪ੍ਰੀ ਪਾਰਲੀਮੈਂਟਰੀ ਬੋਰਡ ਹੈ ਉਹਦੇ ਕੋਲੋਂ ਜਿਹੜੀਆਂ ਲਿਸਟਾਂ ਪਾਸ ਹੋ ਕੇ ਫਿਰ ਪਾਰਲੀਮੈਂਟਰੀ ਬੋਰਡ ਦੇ ਵਿੱਚ ਜਾਂਦੀਆਂ ਨੇ। ਇੱਥੇ ਕੋਈ ਇਹ ਤਾਂ ਹੈ ਨਹੀਂ ਕਿ ਇੱਕ ਪਰਿਵਾਰ ਦੀ ਇਹ ਪਾਰਟੀ ਹੈ ਤੇ ਬਿਨਾਂ ਕਿਸੇ ਦੀ ਰਾਏ ਲਿਆ ਜਾਂ ਬਿਨਾਂ ਕਿਸੇ ਕੋਰ ਗਰੁੱਪ ਤੋਂ ਪਾਸ ਕਰਵਾਇਆ ਜਿਹੜਾ ਹੈਗਾ ਉਹਨਾਂ ਨੇ ਕੈਂਡੀਡੇਟ ਅਨਾਉਂਸ ਕਰ ਦੇਣਾ। ਲੇਕਿਨ ਭਾਰਤੀ ਜਨਤਾ ਪਾਰਟੀ ਇੱਕ ਪੂਰੇ ਸਿਸਟਮ ਦੇ ਨਾਲ ਆਪਣੇ ਕੈਂਡੀਡੇਟ ਅਨਾਉਂਸ ਕਰਦੀ ਹੈ, ਸਰਵੇ ਕਰਾਉਂਦੀ ਹੈ ਔਰ ਜਿਹੜੇ ਕੈਂਡੀਡੇਟਾਂ ਦੀ ਕੋਈ ਜਿਹੜੀ ਹੁੰਦੀ ਹੈ ਅੱਛੀ ਪੋਜੀਸ਼ਨ ਹੈ ਤੇ ਫਿਰ ਉਹਨਾਂ ਨੂੰ ਅਨਾਉਂਸ ਕਰਦੀ ਹੈ। ਲੇਕਿਨ ਮੈਂ ਸਮਝਦਾ ਕਿ ਜਿਹੜਾ ਮੌੜ ਹਲਕੇ ਤੋਂ ਮੈਨੂੰ ਵਿਧਾਨ ਸਭਾ ਦਾ ਇੱਥੋਂ ਕੈਂਡੀਡੇਟ ਘੋਸ਼ਿਤ ਕੀਤਾ ਹੈ ਉਹਦੇ ਲਈ ਮੈਂ ਪਹਿਲਾਂ ਸਾਡੀ ਪ੍ਰਦੇਸ਼ ਹਾਈ ਕਮਾਨ ਦਾ ਔਰ ਫਿਰ ਸਾਡੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਲੇਕਿਨ ਤੁਹਾਡੀ ਤੁਸੀਂ ਕਿਹਾ ਕਿ ਦੇਰੀ ਹੋਈ ਹੈ। ਦੇਖੋ, ਅਸੀਂ ਸੰਗਠਨਾਤਮਕ ਤੌਰ 'ਤੇ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਇਲੈਕਸ਼ਨ ਲੜਨ ਦੀਆਂ ਤਿਆਰੀਆਂ ਦੇ ਵਿੱਚ ਸੀ। ਸਾਡੀ ਪੂਰੀ ਤਿਆਰੀ ਹੈ, ਟਿਕਟ ਅਨਾਉਂਸ ਹੋਈ ਹੈ। ਅਸੀਂ ਕੱਲ੍ਹ ਤੋਂ ਹੀ ਪੂਰੀ ਐਕਟੀਵਿਟੀ ਵਿੱਢ ਦਿੱਤੀ ਹੈ ਔਰ ਸਾਡੀ ਐਕਟੀਵਿਟੀ ਨੂੰ ਦੇਖਦਿਆਂ ਹੋਇਆਂ ਜਿਹੜੀਆਂ ਸਾਡੀ ਵਿਰੋਧੀ ਪਾਰਟੀਆਂ ਉਹ ਬੜੀਆਂ ਚਿੰਤਾ ਦੇ ਵਿੱਚ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਐਕਟੀਵਿਟੀ ਦੇ ਨਾਲ ਜੋ ਉਹਨਾਂ ਨੂੰ ਦਿਸ ਰਿਹਾ ਹੈ ਕਿ ਲੋਕ ਅੱਜ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਜੋ ਸਾਨੂੰ ਬੁਲਾ ਕੇ ਕਹਿ ਰਹੇ ਨੇ ਕਿ ਪੰਜਾਬ ਨੂੰ ਭਾਰਤੀ ਜਨਤਾ ਪਾਰਟੀ ਦੀ ਲੋੜ ਹੈ। ਇਸ ਲਈ ਅਸੀਂ ਆਪਦੀਆਂ ਤਿਆਰੀਆਂ ਜਿਹੜੀਆਂ ਉਹ ਪਹਿਲਾਂ ਤੋਂ ਸ਼ੁਰੂ ਕੀਤੀਆਂ ਹੋਈਆਂ ਸੀ ਜੀ। ਜਿਵੇਂ ਕਿ ਤੁਹਾਨੂੰ ਹਲਕਾ ਮੌੜ ਤੋਂ ਜਿਹੜਾ ਉਮੀਦਵਾਰ ਐਲਾਨਿਆ ਗਿਆ ਹੈਗਾ, ਨਵਾਂ ਹਲਕਾ ਨਵੇਂ ਲੋਕ ਕਿਵੇਂ ਦੇਖਦੇ ਹੋ ਇਸ? ਮੇਰੇ ਲਈ ਜਿਹੜਾ ਮੌੜ ਹਲਕਾ ਹੈ ਉਹ ਕੋਈ ਨਵਾਂ ਨਹੀਂ ਹੈ। ਮੈਂ ਪਹਿਲਾਂ ਇੱਥੇ 6 ਸਾਲ ਬਠਿੰਡਾ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਰਿਹਾ ਔਰ ਮੇਰਾ ਮੌੜ ਹਲਕਾ ਦੇ ਵਾਸੀਆਂ ਦੇ ਨਾਲ ਪੂਰਾ ਮੇਲ ਜੋਲ ਹੈ। ਮੈਂ ਹਰ ਇੱਕ ਨੂੰ ਜਾਣਦਾ। ਤੁਸੀਂ ਜਾ ਕੇ ਬਾਜ਼ਾਰ ਦੇ ਵਿੱਚ ਪੁੱਛੋ, ਪਿੰਡਾਂ ਦੇ ਵਿੱਚ ਪੁੱਛੋ, ਦਿਆਲ ਸੋਢੀ ਦੇ ਨਾਂ ਤੋਂ ਸਾਰੇ ਲੋਕ ਵਾਕਫ ਨੇ। ਲੇਕਿਨ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਹੈ ਜਾਂ ਭਾਰਤੀ ਜਨਤਾ ਪਾਰਟੀ ਦੀ ਰੀਤੀ ਨੀਤੀ ਹੈ ਉਹ ਹਰ ਵਿਅਕਤੀ ਨੂੰ ਪਤਾ ਹੈ ਕਿ ਦੇਸ਼ ਦੇ ਪੱਖ ਦੇ ਵਿੱਚ ਨੇ, ਦੇਸ਼ ਦੀ ਤਰੱਕੀ ਦੇ ਪੱਖ ਵਿੱਚ ਨੇ ਔਰ ਲੋਕਾਂ ਲਈ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਕੋਈ ਨਵੀਂ ਪਾਰਟੀ ਨਹੀਂ ਹੈ, ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਔਰ ਜਿਹੜੇ ਕੰਮ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਲੋਕਾਂ ਲਈ ਕੀਤੇ ਨੇ, ਚਾਹੇ ਉਹ ਕੋਈ ਵੀ ਵਰਗ ਹੈ, ਉਹ ਇੱਕ ਪਹਿਚਾਣ ਰੱਖਦੇ ਨੇ। ਸੋ ਇਸ ਕਰਕੇ ਮੇਰੇ ਲਈ ਕੋਈ ਇਹ ਨਵਾਂ ਹਲਕਾ ਨਹੀਂ ਹੈ। ਮੈਂ ਇੱਥੇ ਪਹਿਲਾਂ ਬਹੁਤ ਕੰਮ ਕੀਤਾ ਹੈ, ਵਿਚਰਿਆ। ਮੈਂ ਪਿੰਡ ਵੀ ਗਿਆ। ਮੈਂ ਸ਼ਹਿਰ ਦੇ ਹਰ ਗਲੀ ਮੁਹੱਲੇ ਦੇ ਵਿੱਚ, ਚਾਹੇ ਉਹ ਐਮਸੀ ਦੀਆਂ ਚੋਣਾਂ ਸੀ, ਚਾਹੇ ਉਹ ਜੋ ਵੀ ਚੋਣਾਂ ਆਈਆਂ, ਚਾਹੇ ਬਲਾਕ ਸੰਮਤੀ ਦੀਆਂ ਚੋਣਾਂ ਸੀ, ਮੈਂ ਐਜ ਏ ਜ਼ਿਲ੍ਹਾ ਪ੍ਰਧਾਨ ਇੱਥੇ ਕੰਮ ਕਰਦਾ ਰਿਹਾ। ਸਾਰੇ ਲੋਕ ਮੈਨੂੰ ਜਾਣਦੇ ਨੇ ਜੀ। ਜਿਵੇਂ ਕਿ ਇਸ ਵਾਰ ਦੇ ਲਾ ਲਈਏ 2022 ਦੀਆਂ ਚੋਣਾਂ ਨੂੰ ਲੈ ਕੇ ਜਿਹੜੇ ਉਮੀਦਵਾਰ ਐਲਾਨੇ ਗਏ, ਇੱਕ ਵੱਖਰੀ ਜਿਹੜੀ ਇਸ ਵਾਰ ਕੰਪੇਨ ਹੈ ਜਿਹੜੀ ਸ਼ੁਰੂ ਕੀਤੀ ਗਈ ਹੈ। ਜਿਵੇਂ ਕਿ ਬੀਜੇਪੀ ਦੇ ਵੱਲੋਂ ਪੇਂਡੂ ਪੱਧਰ 'ਤੇ ਲਾ ਲਈਏ ਦਿਹਾਤੀ ਪੱਧਰ 'ਤੇ ਜਿਹੜੇ ਉਮੀਦਵਾਰ ਐਲਾਨੇ ਗਏ, ਉਸ 'ਤੇ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਹਰ ਇੱਕ ਪਾਰਟੀ ਨੇ ਆਪੋ ਆਪਣੇ ਉਮੀਦਵਾਰ ਦੇਣੇ ਹੁੰਦੇ ਨੇ, ਉਹਨਾਂ ਨੇ ਇਲੈਕਸ਼ਨ ਲੜਾਉਣੀ ਹੁੰਦੀ ਹੈ। ਲੇਕਿਨ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਇੱਕ ਸੰਗਠਨਾਤਮਕ ਪਾਰਟੀ ਹੈ। ਸੰਗਠਨਾਤਮਕ ਤੌਰ 'ਤੇ ਚਾਹੇ ਅਸੀਂ ਜਿਹੜਾ ਹੈਗਾ ਕਿ ਪਹਿਲਾਂ ਇਲੈਕਸ਼ਨ ਪੰਜਾਬ ਦੇ ਵਿੱਚ ਅਲਾਈਅੰਸ 'ਚ ਲੜਦੇ ਸੀ, ਉਸ ਸਮੇਂ 94 ਸੀਟਾਂ ਸ਼੍ਰੋਮਣੀ ਅਕਾਲੀ ਦਲ ਲੜਦਾ ਸੀ ਔਰ 23 ਸੀਟਾਂ ਅਸੀਂ ਲੜਦੇ ਸੀ। ਲੇਕਿਨ ਸਾਡਾ ਜਿਹੜਾ ਸਿਸਟਮ ਹੈ ਪਾਰਟੀ ਦਾ, ਜਿਹੜਾ ਸਾਡਾ ਬੂਥ ਲੈਵਲ ਤੋਂ ਲੈ ਕੇ ਸਾਡਾ ਮੰਡਲ ਲੈਵਲ ਤੱਕ ਔਰ ਜ਼ਿਲ੍ਹੇ ਲੈਵਲ ਤੱਕ ਦਾ ਜਿਹੜਾ ਢਾਂਚਾ ਸੀ, ਉਹ ਅਸੀਂ ਚਾਹੇ ਇਲੈਕਸ਼ਨ ਅਸੀਂ ਨਹੀਂ ਲੜਦੇ ਸੀ ਪਰ ਅਸੀਂ ਉਹਨੂੰ ਮਜ਼ਬੂਤ ਕਰਕੇ ਰੱਖਦੇ ਸੀ।
ਅੱਜ ਉਸ ਦੀ ਬਦੌਲਤ ਹੀ ਮੈਂ ਜਦੋਂ ਕੱਲ ਮੌੜ ਦੇ ਵਿੱਚ ਆਇਆ, ਬੜਾ ਭਰਮਾ ਸਵਾਗਤ ਹੋਇਆ ਔਰ ਅਸੀਂ ਹਰ ਵਾਰਡ 'ਚ ਹਰ ਗਲੀ ਮੁਹੱਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਾਡਾ ਵਰਕਰ ਬੈਠਾ ਹੈ। ਈਵਨ ਕਿ ਜੇ ਇਸ ਬਲਾਕ ਦੇ 70 ਪਿੰਡ ਨੇ ਹਲਕੇ ਦੇ, ਤੇ ਲਗਭਗ ਸਾਡਾ 90% ਪਿੰਡਾਂ ਦੇ ਵਿੱਚ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਹੈਗੇ ਨੇ। ਸਾਡੇ ਬੂਥਾਂ ਦੀ ਰਚਨਾ ਹੋਈ ਹੈ। ਸੋ ਇਸ ਕਰਕੇ ਜਿਹੜੀ ਪਾਰਟੀ ਨੇ ਇਲੈਕਸ਼ਨ ਲੜਨਾ ਹੈ, ਸਾਡੇ ਲਈ ਕੋਈ ਪੇਂਡੂ ਜਾਂ ਸ਼ਹਿਰੀ ਦੀ ਮਹੱਤਤਾ ਨਹੀਂ ਹੈ। ਸਾਡੀ ਜਿਹੜੀ ਪਾਰਟੀ ਦੇ ਕੰਮ ਨੇ ਜਾਂ ਸਾਡੀ ਕੇਂਦਰ ਦੀ ਸਰਕਾਰ ਨੇ ਇੱਕ ਮੈਂ ਕਹਿਣਾ ਕਿ ਭ੍ਰਿਸ਼ਟਾਚਾਰ ਤੋਂ ਰਹਿਤ ਸਰਕਾਰ ਦਿੱਤੀ ਹੈ, ਲੋਕਾਂ ਦੇ ਕੰਮ ਕੀਤੇ ਨੇ, ਦੇਸ਼ ਦੀ ਤਰੱਕੀ ਕੀਤੀ ਹੈ, ਤੇ ਉਹਦੀ ਬਦੌਲਤ ਭਾਰਤੀ ਜਨਤਾ ਪਾਰਟੀ ਨੂੰ ਅੱਜ ਲੋਕ ਆ ਜਿਹੜੇ ਉਹ ਪਿਆਰ ਕਰਦੇ ਨੇ ਜੀ। ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਸੰਗਠਨ ਦੀ, ਸ਼੍ਰੋਮਣੀ ਅਕਾਲੀ ਦਲ ਦਾ ਇਸ ਵਾਰ ਸੰਗਠਨ ਵੀ ਟੁੱਟਿਆ ਹੋਇਆ ਔਰ ਕਿਸਾਨਾਂ ਵੱਲੋਂ ਜਿਹੜਾ ਵਿਰੋਧ ਹੈ ਬੀਜੇਪੀ ਦਾ ਕੀਤਾ ਜਾ ਰਿਹਾ, ਉਸ ਨੂੰ ਕਿਵੇਂ ਰੋਕੋਗੇ ਤੁਸੀਂ ਆਉਣ ਵਾਲੇ ਸਮੇਂ? ਦੇਖੋ, ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਸਾਡੇ ਨਾਲ ਲਗਭਗ 23 ਸਾਲ ਤੋਂ ਉੱਪਰ ਸਾਡਾ ਗੱਠਜੋੜ ਰਿਹਾ ਹੈ। ਸੁਭਾਵਿਕ ਹੈ ਕਿ ਜਦੋਂ ਗੱਠਜੋੜ ਕੋਈ ਟੁੱਟਦਾ ਹੈ ਤੇ ਨੁਕਸਾਨ ਹੈ ਜਿਹੜਾ ਦੋਵਾਂ ਪਾਰਟੀਆਂ ਨੂੰ ਹੁੰਦਾ ਹੈ, ਮੰਨ ਲੈਂਦੇ ਹਾਂ। ਲੇਕਿਨ ਮੈਂ ਸਮਝਦਾ ਕਿ ਮੈਂ ਪਹਿਲਾਂ ਵੀ ਕਿਹਾ ਕਿ ਚਾਹੇ ਅਸੀਂ ਇਲੈਕਸ਼ਨ ਨਹੀਂ ਲੜਦੇ ਸੀ ਪਰ ਸਾਡਾ ਸੰਗਠਨ ਮਜ਼ਬੂਤ ਸੀਗਾ। ਦੂਜੀ ਗੱਲ ਤੁਸੀਂ ਕਿਸਾਨ ਦੀ ਕੀਤੀ ਹੈ। ਦੇਖੋ, ਕਿਸਾਨ ਵੀ ਸਾਡੇ ਭਰਾ ਨੇ। ਅਸੀਂ ਕਿਸਾਨਾਂ ਲਈ ਹਮੇਸ਼ਾ ਹੀ ਕੇਂਦਰ ਕੋਲੇ ਜਾ ਕੇ ਕਿਸਾਨਾਂ ਦਾ ਪੱਖ ਰੱਖ ਕੇ ਕਿ ਇਹ ਜਿਹੜਾ ਅੰਦੋਲਨ ਹੈ ਇਹਨੂੰ ਖਤਮ ਕੀਤਾ ਜਾਵੇ ਜਾਂ ਇਹਦਾ ਕੋਈ ਜਿਹੜਾ ਹੈਗਾ ਹੱਲ ਕੱਢਿਆ ਜਾਵੇ। ਤੁਸੀਂ ਵੇਖਿਆ ਹੋਊਗਾ ਕਿ 19 ਤਰੀਕ ਤੋਂ ਜਦੋਂ ਪ੍ਰਧਾਨ ਮੰਤਰੀ ਜੀ ਨੇ ਗੁਰਪੁਰਬ ਦੇ ਉੱਤੇ ਕਾਨੂੰਨ ਵਾਪਸ ਲਏ ਨੇ, ਉਹ ਤੋਂ ਕੁਝ 2-3 ਦਿਨ ਪਹਿਲਾਂ ਹੀ ਇੱਕ ਸਾਡਾ ਵਫਦ ਦਿੱਲੀ ਗਿਆ ਸੀ ਔਰ ਉਹਦੇ ਵਿੱਚ ਮੈਂ ਵੀ ਸ਼ਾਮਲ ਸੀਗਾ ਪੰਜਾਬ ਦਾ ਜਨਰਲ ਸੈਕਟਰੀ ਹੋਣ ਦੇ ਨਾਤੇ। ਅਸੀਂ ਪ੍ਰਧਾਨ ਮੰਤਰੀ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਾਇਆ, ਲੇਕਿਨ ਉਹ ਚਾਹੁੰਦੇ ਸੀ ਕਿ ਕਿਸਾਨ ਦੀ ਭਲਾਈ ਲਈ ਕੋਈ ਸੋਧਾਂ ਕਰਕੇ ਪੰਜਾਬ ਦੇ ਵਿੱਚ ਜਿਹੜਾ ਹੁਣ ਪਾਣੀ ਥੱਲੇ ਜਾ ਰਿਹਾ ਹੈ ਝੋਨੇ ਦੀ ਫਸਲ ਦੇ ਨਾਲ, ਅਸੀਂ ਚਾਹੁੰਦੇ ਹਾਂ ਕਿ ਇੱਕ ਫਸਲੀ ਵਿਭਿੰਨਤਾ ਆਵੇ, ਸਮੇਂ ਦੀ ਲੋੜ ਹੈ। ਤਾਂ ਇਸ ਕਰਕੇ ਕੀ ਸੀਗਾ, ਉਹ ਚਾਹੁੰਦੇ ਸੀ, 11 ਵਾਰ ਮੀਟਿੰਗਾਂ ਵੀ ਹੋਈਆਂ, ਲੇਕਿਨ ਉਹਨਾਂ ਨੇ ਕਾਨੂੰਨ ਵਾਪਸ ਲੈ ਲਏ ਔਰ ਉਹਨਾਂ ਨੇ ਗੱਲ ਇੱਥੋਂ ਤੱਕ ਵੀ ਕਹਿ ਦਿੱਤੀ ਕਿ ਸਾਡੀ ਕਿਤੇ ਸਮਝਾਉਣ 'ਚ ਕਮੀ ਰਹਿ ਗਈ ਜਾਂ ਸਾਡੀ ਤਪੱਸਿਆ 'ਚ ਕਮੀ ਰਹਿ ਗਈ। ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਇੱਕ ਤਰ੍ਹਾਂ ਦਾ ਕਿਸਾਨਾਂ ਤੋਂ ਮਾਫੀ ਵੀ ਮੰਗੀ ਵੀ ਚਲੋ ਅਸੀਂ ਸਮਝਾ ਨਹੀਂ ਸਕੇ। ਲੇਕਿਨ ਹੁਣ ਮੈਂ ਸਮਝਦਾ ਕਿ ਕਿਸਾਨ ਜਿਹੜੇ ਭਰਾ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਕਿਸਾਨਾਂ ਦੀ ਪੱਖੀ ਪਾਰਟੀ ਹੈ। ਅੱਜ ਜੇ ਹਰਿਆਣੇ ਨੇ ਤਰੱਕੀ ਕੀਤੀ ਹੈ, ਉਹ ਕਿਉਂ ਕੀਤੀ ਹੈ? ਕਿਉਂਕਿ ਕੇਂਦਰ ਦੀ ਸਰਕਾਰ ਦੇ ਨਾਲ ਉਹਦਾ ਤਾਲਮੇਲ ਹੈ। ਲੇਕਿਨ ਪੰਜਾਬ ਦੀ ਸਰਕਾਰ ਹੈ ਜਿਹੜੀ, ਉਹਨੇ ਤਾਂ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਕਿਸਾਨਾਂ ਨੂੰ ਉਹਨਾਂ ਦੇ ਖਿਲਾਫ ਜਾਣਾ ਚਾਹੀਦਾ। ਕਰਜ਼ੇ ਉਹਨਾਂ ਨੇ ਮਾਫ ਨਹੀਂ ਕੀਤੇ, ਨਰਮੇ ਦਾ ਮੁਆਵਜ਼ੇ ਲਈ ਹਜੇ ਤੱਕ ਧਰਨੇ ਵੱਜ ਰਹੇ ਹੈ। ਜੇ ਆਪਾਂ ਕੋਈ ਬਿਜਲੀ ਸਸਤੀ ਦੀ ਗੱਲ ਕਰੀਏ ਉਹ ਨਹੀਂ ਹੋਈ, ਕੋਈ ਬੇਰੁਜ਼ਗਾਰਾਂ ਨੂੰ ਭੱਤਾ ਦੇਣ ਦੀ ਗੱਲ ਸੀ ਉਹ ਨਹੀਂ ਹੋਈ। ਯਾਨੀ ਕਿ ਇੰਨੇ ਮੁੱਦਿਆਂ ਦੇ ਉੱਪਰ ਜਿਹੜੀ ਸਰਕਾਰ ਆਈ ਸੀ ਉਹ ਹਰ ਮਹਾਜ 'ਤੇ ਫੇਲ ਹੋਈ ਹੈ। ਅੱਜ ਜੇ ਕਿਸਾਨ ਆਗੂ ਇਹ ਗੱਲ ਕਹਿੰਦੇ ਹੈ ਕਿ ਜੇਕਰ ਹਰਿਆਣਾ ਸਰਕਾਰ ਹੈ ਜਿਹੜੀ ਉਹ 11 ਫਸਲਾਂ 'ਤੇ MSP ਦੇ ਸਕਦੀ ਹੈ, ਜੇ ਉਹ ਫਸਲ ਬੀਮਾ ਯੋਜਨਾ ਰਾਹੀਂ ਨਰਮੇ ਦਾ ਮੁਆਵਜ਼ਾ ਦੇ ਸਕਦੀ ਹੈ ਤੇ ਪੰਜਾਬ ਸਰਕਾਰ ਕਿਉਂ ਨਹੀਂ? ਤਾਂ ਮੇਰਾ ਕਹਿਣਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਪਾਰਟੀ ਹੈ। ਅਸੀਂ ਕਿਸਾਨਾਂ ਲਈ ਹਮੇਸ਼ਾ ਸਾਡੇ ਪ੍ਰਧਾਨ ਮੰਤਰੀ ਜੀ ਚਾਹੁੰਦੇ ਹੈ ਕਿ ਜੇ ਕਿਸਾਨ ਖੁਸ਼ਹਾਲ ਹੈ ਤਾਂ ਦੇਸ਼ ਖੁਸ਼ਹਾਲ ਹੈ। ਸੋ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਵੀ ਉਹਨਾਂ ਦੇ ਚਾਹੇ ਉਹ ਬਿੱਲਾਂ ਨੂੰ ਵਾਪਸ ਲੈ ਕੇ ਹੋਣ ਦੀ ਗੱਲ ਸੀ ਉਹ ਵੀ ਰੱਦ ਹੋ ਗਏ, ਜਿਹੜੇ ਕੋਈ ਮੁਕੱਦਮੇ ਸੀ ਉਹ ਵੀ ਵਾਪਸ ਲੈਣੇ ਸ਼ੁਰੂ ਹੋ ਗਏ, ਜਿਹੜੀਆਂ 1-2 ਮੰਗਾਂ MSP ਦੇ ਕਮੇਟੀ ਦੀ ਸੀ ਉਹ ਵੀ ਸਾਰੀ ਗੱਲਬਾਤ ਲਾਗੂ ਹੋ ਗਈ ਹੈ। ਸੋ ਕਿਸਾਨ ਦੀ ਤਰੱਕੀ ਲਈ ਭਾਰਤੀ ਜਨਤਾ ਪਾਰਟੀ ਹਮੇਸ਼ਾ ਵਚਨਬੱਧ ਹੈ। ਤੁਸੀਂ ਹਲਕਾ ਮੌੜ ਦੇ ਵਿੱਚ ਆਏ ਹੋ, ਕੀ ਏਜੰਡਾ ਲੈ ਕੇ ਜਿਹੜਾ ਮੌੜ ਵਾਸੀਆਂ 'ਚ, ਹਲਕਾ ਵਾਸੀਆਂ 'ਚ ਤੁਸੀਂ ਜਾਓਗੇ? ਦੇਖੋ, ਮੇਰਾ ਕਹਿਣਾ ਇਹ ਹੈ ਕਿ ਮੈਂ ਚਾਹੁੰਦਾ ਕਿ ਜਿਹੜਾ ਮੈਨੂੰ ਇਸ ਹਲਕੇ ਦੀ ਸੇਵਾ ਦਾ ਮੌਕਾ ਮਿਲਿਆ, ਮੈਨੂੰ ਪੂਰੀ ਉਮੀਦ ਹੈ ਕਿ ਇਸ ਹਲਕੇ ਦੇ ਜਿਹੜੇ ਲੋਕ ਨੇ ਉਹ ਪੂਰਾ ਮੇਰਾ ਸਾਥ ਦੇਣਗੇ ਔਰ ਮੈਂ ਵੀ ਇਸ ਹਲਕੇ ਦੇ ਲੋਕਾਂ ਨੂੰ ਯਕੀਨ ਦਿਵਾਉਣਾ ਹੈ ਕਿ ਉਹਨਾਂ ਦੀ ਬਿਹਤਰੀ ਲਈ, ਉਹਨਾਂ ਦੀ ਤਰੱਕੀ ਲਈ ਮੈਂ ਦਿਨ ਰਾਤ ਕੰਮ ਕਰਦਾ ਰਹਾਂਗਾ। ਸਾਡੀਆਂ ਮੇਨ 3-4 ਮੁੱਢਲੀਆਂ ਲੋੜਾਂ ਨੇ ਜਿਹੜੀਆਂ ਮੈਂ ਦੇਖੀਆਂ ਇੱਥੇ। ਇੱਕ ਸਿੱਖਿਆ ਪੱਖੋਂ ਇੱਥੇ ਕੋਈ ਵੱਡਾ ਕਾਲਜ ਨਹੀਂ ਹੈ, ਐਜੂਕੇਸ਼ਨ। ਸਿਹਤ ਪੱਖੋਂ ਵੱਡਾ ਹਸਪਤਾਲ। ਔਰ ਦੂਜਾ ਜਿਹੜਾ ਸਭ ਤੋਂ ਵੱਡਾ ਸਾਡਾ ਮੁੱਦਾ ਹੈ ਕਿ ਪੰਜਾਬ 'ਚੋਂ ਅਸੀਂ ਬੇਰੁਜ਼ਗਾਰੀ ਖਤਮ ਕਰੀਏ। ਇੱਥੇ ਕੋਈ ਵੱਡਾ ਕਾਰਖਾਨਾ ਕੇਂਦਰ ਦੀ ਸਹਾਇਤਾ ਨਾਲ ਮੈਂ ਲੈ ਕੇ ਆਵਾਂ ਤੇ ਵੱਡਾ ਕੋਈ ਹਸਪਤਾਲ ਲੈ ਕੇ ਆਵਾਂ ਤਾਂ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਮਿਲ ਸਕਣ, ਲੋਕਾਂ ਨੂੰ ਸਿੱਖਿਆ ਸਹੂਲਤਾਂ ਵੀ ਮਿਲ ਸਕਣ ਤੇ ਜਿਹੜੇ ਸਾਡੇ ਇੱਥੇ ਕੋਈ ਵੱਡੀ ਇੰਡਸਟਰੀ ਲੈ ਕੇ ਆਗੇ ਉਹਦੇ ਨਾਲ ਇੱਥੋਂ ਦੇ ਇਲਾਕੇ ਦੇ ਜਿਹੜੇ ਸਾਡੇ ਨੌਜਵਾਨ ਆ, ਬੱਚੇ ਆ, ਉਹਨਾਂ ਨੂੰ ਰੁਜ਼ਗਾਰ ਮਿਲ ਸਕੇ। ਤੁਸੀਂ ਸਿੱਖਿਆ ਦੀ ਗੱਲ ਕੀਤੀ ਹੈ, ਸਿਹਤ ਸੇਵਾਵਾਂ ਦੀ ਗੱਲ ਕੀਤੀ ਹੈਗੀ ਆ, ਉੱਥੇ ਇੱਕ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਨੌਜਵਾਨੀ ਦੇ ਲਈ ਬਣਿਆ ਹੋਇਆ ਨਸ਼ੇ ਦਾ ਮੁੱਦਾ ਜਿਹੜਾ ਇਸ ਵੇਲੇ ਇਸ ਖਾਸ ਕਰ ਇਸ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਕਹਿੰਦੇ ਨਸ਼ਾ। ਦੇਖੋ, ਮੇਰਾ ਕਹਿਣਾ ਇਹ ਹੈ ਕਿ ਅਸੀਂ ਪਿਛਲੇ ਸਮੇਂ ਇੱਕ ਨਾਅਰਾ ਦਿੱਤਾ ਸੀ
कि नवां पंजाब भाजपा दे नाल। हुण नवां पंजाब कोई ये है नहीं कि किसी सारे पंजाब नूं ढाह के नवां बना देंगे। नवां पंजाब बनाउण दा मतलब सीगा कि वो रंगला पंजाब, वो हੱਸदा पंजाब जिहड़ा पहलां किसी समय जिहड़ा कहा जांदा सी कि पंजाब गुलाब दा फुੱਲ, जिहड़ा अज मैं समझदा कि नशिਆਂ ਦੀ दलदल ਦੇ ਵਿੱਚ ਸਾਡੇ नौजवान ਜਿਹੜੇ फस गए ने और बड़ियां जानां कीमती गवा रहे ने। ਤਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹ ਪੰਜਾਬ ਦੀ ਸਿਰਜਣਾ ਕਰਕੇ ਨਵਾਂ ਪੰਜਾਬ ਬਣਾ ਕੇ ਜਿਹੜਾ ਭ੍ਰਿਸ਼ਟਾਚਾਰੀ ਤੋਂ ਰਹਿਤ ਹੋਵੇ, ਜਿਹੜਾ ਬੇਰੁਜ਼ਗਾਰੀ ਤੋਂ ਰਹਿਤ ਹੋਵੇ, ਜਿਹਦੇ ਵਿੱਚ ਕੋਈ ਨਸ਼ੇ ਨਾਂ ਦੀ ਚੀਜ਼ ਨਾ ਹੋਵੇ, ਨਸ਼ਾ ਮੁਕਤ ਹੋਵੇ ਔਰ ਇੱਥੇ ਕਾਨੂੰਨ ਦੀ ਜਿਹੜੀ ਹੈਗੀ ਆ ਰਖਵਾਲੀ ਹੋਵੇ, ਲਾਅ ਐਂਡ ਆਰਡਰ ਦੀ ਸਥਿਤੀ ਸਹੀ ਹੋਵੇ, ਸਾਡੀਆਂ ਜਿਹੜੀਆਂ ਧੀਆਂ ਭੈਣਾਂ ਉਹ ਸੁਰੱਖਿਅਤ ਹੋਣ। ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਸੋਚ ਕੀਤੀ ਹੈ ਕਿ ਜੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਮੁਕਤ ਪੰਜਾਬ ਕਰਕੇ ਇੱਕ ਨਵੇਂ ਪੰਜਾਬ ਦੀ ਸਿਰਜਣਾ ਕਰੀਏ। ਜੀ, ਮੁੱਖ ਮੁਕਾਬਲਾ ਜਿਹੜਾ ਇਹਦੇ ਹਲਕੇ ਦੇ ਵਿੱਚੋਂ ਕਿਸ ਪਾਰਟੀ ਨਾਲ ਦੇਖਦੇ ਹੋ? ਦੇਖੋ ਜੀ, ਭਾਰਤੀ ਜਨਤਾ ਪਾਰਟੀ ਦਾ ਜਿਹੜਾ ਮੁਕਾਬਲਾ ਹੈ, ਮੈਂ ਨਹੀਂ ਸਮਝਦਾ ਕਿ ਸਾਡੇ ਮੁਕਾਬਲੇ 'ਚ ਕੋਈ ਪਾਰਟੀ ਹੈ। ਸਾਰੀਆਂ ਪਾਰਟੀਆਂ ਨੂੰ ਲੋਕਾਂ ਨੇ ਦਿਮਾ ਕੇ ਵੇਖ ਲਿਆ। ਠੀਕ ਹੈ, ਅਸੀਂ ਅਕਾਲੀ ਦਲ ਨਾਲ ਭਾਈਵਾਲ 'ਚ ਰਹੇ, ਲੇਕਿਨ ਅਸੀਂ ਇੱਕ ਬਹੁਤ ਛੋਟੇ ਹਿੱਸੇ ਦੇ ਵਿੱਚ ਸੀ, ਸਾਡੀ ਬਹੁਤ ਘੱਟ ਸੁਣੀ ਜਾਂਦੀ ਸੀ। ਦੂਜੀ ਗੱਲ, ਆਮ ਆਦਮੀ ਪਾਰਟੀ ਜਿਹੜਾ ਦਿੱਲੀ ਦਾ ਮਾਡਲ ਹੈ ਉਹ ਪੰਜਾਬ 'ਚ ਲਾਗੂ ਕਰਨਾ ਚਾਹੁੰਦੀ ਹੈ, ਜਿਹੜਾ ਕਿ ਬੁਰੀ ਤਰ੍ਹਾਂ ਫੇਲ ਹੈ। ਠੀਕ ਹੈ, ਤੇ ਤੀਜੀ ਜਿਹੜੀ ਕਾਂਗਰਸ ਹੈ ਉਹ ਤਾਂ ਹਰ ਮਹਾਜ 'ਤੇ ਹੀ ਫੇਲ ਹੋ ਗਈ। ਪੰਜਾਬ ਦੀ ਬਦਕਿਸਮਤੀ ਹੈ ਮੈਡਮ ਕਿ ਜਿਹੜਾ ਅਖੀਰਲਾ ਸਾਲ ਹੁੰਦਾ ਉਹਦੇ ਵਿੱਚ ਹਮੇਸ਼ਾ ਤਰੱਕੀ ਕੀਤੀ ਜਾਂਦੀ ਹੈ, ਲੋਕਾਂ ਦੇ ਕੰਮ ਕੀਤੇ ਜਾਂਦੇ ਨੇ ਕਿ ਮੈਂ ਜਿਹੜਾ ਸਾਡਾ ਅਖੀਰਲਾ ਸਾਲ ਹੈ ਸੂਬੇ ਨੂੰ ਅਸੀਂ ਖੁਸ਼ਹਾਲ ਬਣਾਈਏ। ਲੇਕਿਨ ਇਹਨਾਂ ਨੇ ਕੁਰਸੀ ਦੀ ਲੜਾਈ ਦੇ ਵਿੱਚ ਜਿਹੜਾ ਸੀਗਾ ਪੰਜਾਬ ਦਾ ਅਖੀਰਲਾ ਸਾਲ ਸੀ ਉਹ ਸਮਾਪਤ ਕਰਤਾ। ਕੋਈ ਤਰੱਕੀ ਨਹੀਂ ਹੋਈ, ਕੋਈ ਵਿਕਾਸ ਨਹੀਂ ਹੋਇਆ। ਦੂਜੀ ਗੱਲ, ਆਮ ਆਦਮੀ ਪਾਰਟੀ ਹੈ। ਆਮ ਆਦਮੀ ਪਾਰਟੀ ਝੂਠਾਂ ਦੇ ਗੱਪਾਂ ਦੀ ਪਾਰਟੀ ਹੈ। ਜਿਹੜੇ ਕੇਜਰੀਵਾਲ ਕਹਿੰਦੇ ਅਸੀਂ 1000 ਰੁਪਿਆ ਮਹਿਲਾਵਾਂ ਨੂੰ ਦੇਵਾਂਗੇ, ਉਹ ਤੇ ਸਿੱਧੂ ਸਾਹਿਬ ਕਮੈਂਟ ਕਰਦੇ ਆ ਪੈਸਾ ਕਿੱਥੋਂ ਆਵੇਗਾ, ਲੇਕਿਨ ਸਿੱਧੂ ਸਾਹਿਬ ਵੀ ਮੁੜ ਕੇ 2000 ਰੁਪਏ ਦੀ ਗੱਲ ਕਰ ਦਿੰਦੇ ਆ। ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਸਾਡੀਆਂ ਧੀਆਂ ਭੈਣਾਂ ਨੂੰ 1000-2000 ਦਾ ਲਾਲਚ ਦੇ ਕੇ ਕੋਈ ਬੋਲੀ ਲਾਉਣਾ ਚਾਹੁੰਦੇ ਹੋ? ਲੋਕ ਰੁਜ਼ਗਾਰ ਚਾਹੁੰਦੇ ਆ, ਲੋਕ ਚੰਗਾ ਪ੍ਰਸ਼ਾਸਨ ਚਾਹੁੰਦੇ ਆ, ਲੋਕ ਵਿਕਾਸ ਚਾਹੁੰਦੇ ਆ, ਤਰੱਕੀ ਚਾਹੁੰਦੇ ਆ। ਔਰ ਮੈਂ ਤੁਹਾਨੂੰ ਕਹਿਣਾ ਹੈ ਕਿ ਜਿਸ ਤਰ੍ਹਾਂ ਹਰਿਆਣੇ ਨੇ ਤਰੱਕੀ ਕੀਤੀ ਹੈ, ਗੁਜਰਾਤ ਨੇ ਤਰੱਕੀ ਕੀਤੀ ਹੈ, ਮੱਧ ਪ੍ਰਦੇਸ਼ ਨੇ ਤਰੱਕੀ ਕੀਤੀ ਹੈ, ਉਹ ਇਸ ਕਰਕੇ ਕੀਤੀ ਹੈ ਕਿ ਉੱਥੇ ਡਬਲ ਇੰਜਨ ਦੀ ਸਰਕਾਰ ਹੈ। ਤੇ ਅੱਜ ਪੰਜਾਬ ਦੇ ਵਿੱਚ ਵੀ ਹਰ ਵਰਗ ਇਹ ਚਾਹੁੰਦਾ ਹੈ ਕਿ ਜਿਹੜੀ ਸਰਕਾਰ ਕੇਂਦਰ 'ਚ ਹੈ ਤੇ ਉਹੀ ਸਰਕਾਰ ਸੂਬੇ 'ਚ ਹੋਵੇ। ਇਸ ਕਰਕੇ ਲੋਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਨੇ। ਸੋ ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਸਾਡੇ ਲਈ ਕੀਮਤੀ ਸਮਾਂ ਕੱਢਿਆ। ਠੀਕ ਹੈ ਸਰ, ਧੰਨਵਾਦ। ਇਹ ਸਨ ਬੀਜੇਪੀ ਦੇ ਉਮੀਦਵਾਰ ਹਲਕਾ ਮੋੜ ਤੋਂ ਦਿਆਲ ਸਿੰਘ ਸੋਢੀ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਤੇ ਉਹ ਹਲਕੇ ਦੇ ਵਿੱਚ ਕੀ ਆਪਣਾ ਏਜੰਡਾ ਲੈ ਕੇ ਜਾ ਰਹੇ ਨੇ, ਲੋਕ ਉਹਨਾਂ ਤੇ ਕੀ ਵਿਸ਼ਵਾਸ ਜਤਾਉਣਗੇ, ਆਉਣ ਵਾਲਾ ਸਮਾਂ ਦੱਸੇਗਾ। ਜੁੜੇ ਰਹੋ ਉਡਾਨ ਨਿਊਜ਼ 24 ਦੇ ਨਾਲ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।